ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਕੰਮ ਕਰ ਰਹੀ ਹਾਂ। ਪਿਛਲੀਆਂ ਵੀਡੀਓਜ਼ ਦੇ ਵਿੱਚ ਅਸੀਂ ਵਿਆਕਰਨ ਦੇ 4 ਅੰਗਾਂ ਵਿੱਚੋਂ ਦੂਸਰੇ ਅੰਗ ਸ਼ਬਦ ਬੋਧ ਅਧੀਨ ਆਉਂਦੇ ਪਹਿਲੇ 5 ਸ਼ਬਦ ਭੇਦਾਂ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਬਾਰੇ ਗੱਲਬਾਤ ਕਰ ਚੁੱਕੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 6ਵੇਂ ਸ਼ਬਦ ਭੇਦ ਸੰਬੰਧਕ ਦੇ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਸੰਬੰਧਕ। ਸੰਬੰਧਕ ਕੀ ਹੈ? ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਦਾ, ਦੇ, ਦੀ, ਨੇ, ਨੂੰ, ਤੋਂ, ਕੋਲ, ਉੱਤੇ, ਵਿੱਚ, ਰਾਹੀਂ, ਲਈ, ਨਾਲ, ਨੇੜੇ, ਸਾਹਮਣੇ, ਦੁਆਰਾ ਆਦਿ ਸ਼ਬਦ ਸੰਬੰਧਕ ਹਨ। ਸੰਬੰਧਕ ਵਾਕ ਦੀ ਬਣਤਰ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਜੇਕਰ ਵਾਕਾਂ ਵਿੱਚੋਂ ਸੰਬੰਧਕ ਕੱਢ ਦਿੱਤੇ ਜਾਣ ਤਾਂ ਵਾਕਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਿਵੇਂ ਪਹਿਲਾ ਵਾਕ ਹੈ, ਕਿਸਾਨ ਨੇ ਬਲਦਾਂ ਨਾਲ ਖੇਤੀ ਕੀਤੀ। ਇਸ ਵਾਕ ਵਿੱਚ 2 ਸ਼ਬਦ ਨੇ ਅਤੇ ਨਾਲ ਸੰਬੰਧਕ ਹਨ। ਪਰ ਜੇਕਰ ਵਾਕ ਵਿੱਚੋਂ ਸੰਬੰਧਕ ਹਟਾ ਦਿੱਤਾ ਜਾਵੇ ਤਾਂ ਵਾਕ ਬਣ ਜਾਂਦਾ ਹੈ ਕਿਸਾਨ ਬਲਦਾਂ ਖੇਤੀ ਕੀਤੀ। ਇਹ ਵਾਕ ਵਿਆਕਰਨਿਕ ਪੱਖੋਂ ਅਸ਼ੁੱਧ ਹੈ ਕਿਉਂਕਿ ਇਸ ਵਾਕ ਦਾ ਕੋਈ ਅਰਥ ਨਹੀਂ ਹੈ। ਦੂਸਰਾ ਵਾਕ ਹੈ, ਇਹ ਕਿਤਾਬ ਹਰਬੀਰ ਦੀ ਹੈ। ਇਸ ਵਾਕ ਵਿੱਚ ਦੀ ਸੰਬੰਧਕ ਹੈ, ਪਰ ਜੇਕਰ ਵਾਕ ਵਿੱਚੋਂ ਸੰਬੰਧਕ ਹਟਾ ਦਿੱਤਾ ਜਾਵੇ ਤਾਂ ਵਾਕ ਬਣ ਜਾਂਦਾ ਹੈ ਇਹ ਕਿਤਾਬ ਹਰਬੀਰ ਹੈ। ਇਸ ਤਰ੍ਹਾਂ ਸੰਬੰਧਕ ਹਟਾਉਣ ਨਾਲ ਵਾਕ ਦੇ ਅਰਥ ਹੀ ਬਦਲ ਜਾਂਦੇ ਹਨ। ਵਾਕ ਵਿੱਚ ਸੰਬੰਧਕ ਲੱਗਣ ਨਾਲ ਜਾਨ ਪੈਂਦੀ ਹੈ। ਭਾਵੇਂ ਕਿ ਸੰਬੰਧਕ ਸ਼ਬਦ ਦਾ ਆਪਣਾ ਕੋਈ ਅਰਥ ਨਹੀਂ ਹੈ, ਪਰ ਵਾਕ ਅਰਥ ਭਰਪੂਰ ਉਦੋਂ ਹੀ ਬਣਦਾ ਹੈ ਜਦੋਂ ਉਸ ਵਿੱਚ ਸੰਬੰਧਕ ਦੀ ਵਰਤੋਂ ਕੀਤੀ ਗਈ ਹੋਵੇ। ਇਸ ਤਰ੍ਹਾਂ ਵਾਕ ਵਿੱਚ ਸੰਬੰਧਕ ਦੀ ਬਹੁਤ ਜ਼ਿਆਦਾ ਮਹਾਨਤਾ ਹੈ। ਸੰਬੰਧਕ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਸੰਬੰਧਕ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਭਾਸ਼ਾ ਵਿੱਚ ਸੰਬੰਧਕ ਸ਼ਬਦ ਆਮ ਤੌਰ 'ਤੇ ਨਾਮ ਜਾਂ ਪੜਨਾਮ ਸ਼ਬਦ ਤੋਂ ਪਿੱਛੋਂ ਆਉਂਦੇ ਹਨ। ਜਿਵੇਂ ਪਹਿਲਾ ਵਾਕ ਹੈ, ਬੱਚੇ ਗੱਡੀ ਵਿੱਚ ਬੈਠੇ ਹਨ। ਇਸ ਵਾਕ ਵਿੱਚ ਸੰਬੰਧਕ ਸ਼ਬਦ ਹੈ ਵਿੱਚ। ਗੱਡੀ ਸ਼ਬਦ ਨਾਮ ਹੈ ਅਤੇ ਵਿੱਚ ਸ਼ਬਦ ਸੰਬੰਧਕ ਹੈ। ਵਿੱਚ ਸ਼ਬਦ ਨਾਮ ਸ਼ਬਦ ਤੋਂ ਪਿੱਛੋਂ ਆਇਆ ਹੈ। ਦੂਸਰਾ ਵਾਕ ਹੈ, ਇਹ ਉਸ ਦੀਆਂ ਕਿਤਾਬਾਂ ਹਨ। ਇਸ ਵਾਕ ਵਿੱਚ ਦੀਆਂ ਸ਼ਬਦ ਸੰਬੰਧਕ ਹੈ। ਵਾਕ ਵਿੱਚ ਉਸ ਸ਼ਬਦ ਪੜਨਾਮ ਹੈ। ਇਸ ਤਰ੍ਹਾਂ ਸੰਬੰਧਕ ਦੀ ਵਰਤੋਂ ਪੜਨਾਮ ਤੋਂ ਪਿੱਛੋਂ ਹੋਈ ਹੈ। ਵਾਕ ਦੀ ਦੂਸਰੀ ਮੁੱਖ ਵਿਸ਼ੇਸ਼ਤਾ ਇਹ ਹੈ ਸੰਬੰਧਕ ਦੇ ਬਾਰੇ ਵਿੱਚ ਕਿ ਸੰਬੰਧਕ ਸ਼ਬਦਾਂ ਦੀ ਅਣਹੋਂਦ ਜਾਂ ਗਲਤ ਵਰਤੋਂ ਵਾਕ ਦੇ ਅਰਥ ਨੂੰ ਸਪਸ਼ਟ ਨਹੀਂ ਹੋਣ ਦਿੰਦੀ। ਜਿਵੇਂ ਸਾਡੇ ਕੋਲ ਵਾਕ ਹੈ, ਮਨਮੀਤ ਨੇ ਕਲਮ ਨਾਲ ਫੱਟੀ ਉੱਤੇ ਲਿਖਿਆ। ਇਸ ਵਾਕ ਵਿੱਚ 3 ਸੰਬੰਧਕ ਆਏ ਹਨ, ਨੇ, ਨਾਲ, ਉੱਤੇ। ਜੇਕਰ ਇਹ ਤਿੰਨੇ ਸੰਬੰਧਕ ਵਾਕ ਵਿੱਚੋਂ ਕੱਢ ਦਿੱਤੇ ਜਾਣ ਤਾਂ ਵਾਕ ਬਣਦਾ ਹੈ ਮਨਮੀਤ ਕਲਮ ਫੱਟੀ ਲਿਖਿਆ। ਇਹ ਵਾਕ ਅਰਥਹੀਨ ਹੈ। ਇਸ ਤਰ੍ਹਾਂ ਸੰਬੰਧਕ ਸ਼ਬਦਾਂ ਦੀ ਅਣਹੋਂਦ ਜਾਂ ਗਲਤ ਵਰਤੋਂ ਨਾਲ
ਵਾਕ ਦਾ ਅਰਥ ਸਪਸ਼ਟ ਨਹੀਂ ਹੁੰਦਾ। ਸੰਬੰਧਕ ਦੀ ਤੀਸਰੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਕੋ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਭੇਦਾਂ ਅਧੀਨ ਆ ਸਕਦਾ ਹੈ। ਜਿਹੜੇ ਸ਼ਬਦ ਨੂੰ ਅਸੀਂ ਸੰਬੰਧਕ ਕਹਿੰਦੇ ਹਾਂ ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦਾ ਹੈ। ਜਿਵੇਂ ਵਾਕ ਹੈ ਖਿਡਾਰੀ ਬਾਹਰ ਬੈਠੇ ਹਨ। ਇਸ ਵਾਕ ਵਿੱਚ ਬਾਹਰ ਸ਼ਬਦ ਕਿਰਿਆ ਵਿਸ਼ੇਸ਼ਣ ਹੈ। ਕਿਹੜਾ ਕਿਰਿਆ ਵਿਸ਼ੇਸ਼ਣ ਹੈ? ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਆਪਾਂ ਪਿਛਲੀ ਵੀਡੀਓ ਦੇ ਵਿੱਚ ਕਿਰਿਆ ਵਿਸ਼ੇਸ਼ਣ ਵਾਲੇ ਟੌਪਿਕ ਵਿੱਚ ਗੱਲ ਕੀਤੀ ਸੀ ਕਿ ਪ੍ਰਸ਼ਨਵਾਚਕ ਸ਼ਬਦ ਕਿੱਥੇ ਲਗਾ ਕੇ ਜੋ ਉੱਤਰ ਪ੍ਰਾਪਤ ਹੁੰਦਾ ਹੈ ਉਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੈ। ਕਿੱਥੇ ਪ੍ਰਸ਼ਨਵਾਚਕ ਸ਼ਬਦ ਲਗਾ ਕੇ ਵਾਕ ਬਣਦਾ ਹੈ ਖਿਡਾਰੀ ਕਿੱਥੇ ਬੈਠੇ ਹਨ, ਉੱਤਰ ਮਿਲਦਾ ਹੈ ਬਾਹਰ। ਸੋ ਇਸ ਵਾਕ ਦੇ ਵਿੱਚ ਬਾਹਰ ਸ਼ਬਦ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੈ। ਪਰ ਜੇਕਰ ਅਸੀਂ ਕਹਿੰਦੇ ਹਾਂ ਕਿ ਖਿਡਾਰੀ ਮੈਦਾਨੋਂ ਬਾਹਰ ਬੈਠੇ ਹਨ ਤਾਂ ਇਹ ਵਾਕ ਕਿਰਿਆ ਵਿਸ਼ੇਸ਼ਣ ਨਹੀਂ ਬਲਕਿ ਸੰਬੰਧਕ ਹੈ। ਕਿਵੇਂ? ਕਿਉਂਕਿ ਇਸ ਵਾਕ ਵਿੱਚ ਮੈਦਾਨੋਂ ਸ਼ਬਦ ਨਾਮ ਹੈ ਅਤੇ ਨਾਮ ਦੇ ਪਿੱਛੇ ਲੱਗ ਕੇ ਆਉਣ ਵਾਲਾ ਸ਼ਬਦ ਬਾਹਰ ਸੰਬੰਧਕ ਹੈ। ਇਸ ਤੋਂ ਇਲਾਵਾ ਸੰਬੰਧਕ ਦੀ ਇੱਕ ਹੋਰ ਚੌਥੀ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਨਾਮ, ਪੜਨਾਮ ਅਤੇ ਵਿਸ਼ੇਸ਼ਣ ਪਿੱਛੇ ਸੰਬੰਧਕ ਆਉਂਦਾ ਹੈ ਉਸ ਨਾਮ, ਪੜਨਾਮ ਅਤੇ ਵਿਸ਼ੇਸ਼ਣ ਦਾ ਰੂਪ ਕੁਝ ਬਦਲ ਜਾਂਦਾ ਹੈ। ਕਿਵੇਂ ਬਦਲ ਜਾਂਦਾ ਹੈ? ਜਿਵੇਂ ਵਾਕ ਹੈ ਕੁੜੀ ਗੀਤ ਗਾਉਂਦੀ ਹੈ। ਇਹ ਵਾਕ ਦਾ ਸਧਾਰਨ ਰੂਪ ਹੈ, ਪਰ ਜਦੋਂ ਅਸੀਂ ਇਸੇ ਵਾਕ ਨੂੰ ਸੰਬੰਧਕੀ ਰੂਪ ਵਿੱਚ ਲਿਖਾਂਗੇ ਤਾਂ ਵਾਕ ਦਾ ਰੂਪ ਬਦਲ ਜਾਂਦਾ ਹੈ। ਇਸ ਵਾਕ ਦਾ ਸੰਬੰਧਕੀ ਰੂਪ ਹੋਵੇਗਾ ਕੁੜੀ ਨੇ ਗੀਤ ਗਾਇਆ। ਨੇ ਸ਼ਬਦ ਸੰਬੰਧਕ ਹੈ। ਇਸ ਤੋਂ ਇਲਾਵਾ ਸੰਬੰਧਕ ਦੀ ਪੰਜਵੀਂ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਭਾਸ਼ਾ ਵਿੱਚ ਸੰਬੰਧਕ ਸ਼ਬਦਾਂ ਦੇ ਰੂਪ ਵਿੱਚ ਹਨ। ਜਿੱਥੇ ਕਿਤੇ ਇਹ ਲਗਾ ਮਾਤਰਾਵਾਂ ਬਿਹਾਰੀ ਈ, ਹੋੜਾ ਓ ਅਤੇ ਲਾਵਾਂ ਏ ਦੇ ਰੂਪ ਵਿੱਚ ਪਿਛੇਤਰ ਦੇ ਤੌਰ ਤੇ ਵਰਤੇ ਜਾਂਦੇ ਹਨ, ਉੱਥੇ ਇਹਨਾਂ ਸੰਬੰਧਕਾਂ ਨੂੰ ਕਾਰਕੀ ਸੰਬੰਧਕ ਕਿਹਾ ਜਾਂਦਾ ਹੈ। ਇਸ ਨੂੰ ਸੰਬੰਧਕ ਦਾ ਸਮਲਿਤ ਰੂਪ ਵੀ ਕਹਿੰਦੇ ਹਨ ਕਿਉਂਕਿ ਇਹ ਕਾਰਕੀ ਪਿਛੇਤਰ ਦੇ ਤੌਰ ਤੇ ਆਉਂਦੇ ਹਨ। ਜਿਵੇਂ ਵਾਕ ਹੈ ਬਾਜ਼ਾਰ ਵਿੱਚੋਂ ਸਬਜ਼ੀ ਲੈ ਕੇ ਆਓ। ਇਸ ਵਾਕ ਵਿੱਚ ਸ਼ਬਦ ਵਿੱਚੋਂ ਸੰਬੰਧਕ ਹੈ। ਜੇਕਰ ਇਸੇ ਵਾਕ ਨੂੰ ਅਸੀਂ ਸਮਲਿਤ ਰੂਪ ਵਿੱਚ ਲਿਖਦੇ ਹਾਂ ਤਾਂ ਇਹ ਵਾਕ ਇਸ ਤਰ੍ਹਾਂ ਲਿਖਿਆ ਜਾਵੇਗਾ ਬਾਜ਼ਾਰੋਂ ਸਬਜ਼ੀ ਲੈ ਕੇ ਆਓ। ਇਸ ਤਰ੍ਹਾਂ ਬਾਜ਼ਾਰ ਵਿੱਚੋਂ ਸ਼ਬਦਾਂ ਤੋਂ ਇੱਕ ਸ਼ਬਦ ਬਣ ਗਿਆ ਬਾਜ਼ਾਰੋਂ। ਬਾਜ਼ਾਰੋਂ ਸ਼ਬਦ ਵਿੱਚ ਲਗਾ ਮਾਤਰਾ ਹੋੜਾ ਉਹ ਪਿਛੇਤਰ ਦੇ ਤੌਰ ਤੇ ਵਰਤੀ ਗਈ ਹੈ। ਇੱਕ ਹੋਰ ਉਦਾਹਰਨ ਦੇਖਦੇ ਹਾਂ। ਵਾਕ ਹੈ ਜੱਸ ਪੈਰਾਂ ਵਿੱਚ ਜੁੱਤੀ ਪਾ। ਇਸ ਵਾਕ ਵਿੱਚ ਸ਼ਬਦ ਵਿੱਚ ਸੰਬੰਧਕ ਹੈ। ਜੇਕਰ ਇਸੇ ਵਾਕ ਨੂੰ ਅਸੀਂ ਸਮਲਿਤ ਰੂਪ ਵਿੱਚ ਲਿਖਦੇ ਹਾਂ ਤਾਂ ਇਹ ਵਾਕ ਬਣ ਜਾਂਦਾ ਹੈ ਜੱਸ ਪੈਰੀਂ ਜੁੱਤੀ ਪਾ। ਇਸ ਤਰ੍ਹਾਂ ਪੈਰਾਂ ਵਿੱਚ ਸ਼ਬਦਾਂ ਤੋਂ ਇੱਕ ਸ਼ਬਦ ਬਣ ਗਿਆ ਪੈਰੀਂ। ਪੈਰੀਂ ਸ਼ਬਦ ਵਿੱਚ ਲਗਾ ਮਾਤਰਾ ਬਿਹਾਰੀ ਈ ਪਿਛੇਤਰ ਦੇ ਤੌਰ ਤੇ ਵਰਤੀ ਗਈ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਅਰਥ ਸਪਸ਼ਟ ਕਰਨ ਲਈ ਵਾਕ ਵਿੱਚ ਠੀਕ ਤਰਤੀਬ ਅਨੁਸਾਰ ਵਰਤੇ ਜਾਂਦੇ ਸੰਬੰਧਕ ਸ਼ਬਦ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਸੰਬੰਧਕ ਦੇ ਭੇਦਾਂ ਬਾਰੇ। ਬਣਤਰ ਦੇ ਪੱਖ ਤੋਂ ਸੰਬੰਧਕ ਮੁੱਖ ਰੂਪ ਵਿੱਚ 3 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਪੂਰਨ ਸੰਬੰਧਕ, ਦੂਸਰਾ ਹੈ ਅਪੂਰਨ ਸੰਬੰਧਕ ਅਤੇ ਤੀਸਰਾ ਹੈ ਦੁਭਾਜਰੇ ਜਾਂ ਮਿਸ਼ਰਿਤ ਸੰਬੰਧਕ। ਪੂਰਨ ਸੰਬੰਧਕ ਕੀ ਹਨ? ਉਹ ਸੰਬੰਧਕ ਹੁੰਦੇ ਹਨ ਜੋ ਇਕੱਲੇ ਹੀ ਵਾਕ ਵਿੱਚ
ਸ਼ਬਦਾਂ ਨਾਲ ਆਪਣਾ ਸੰਬੰਧ ਜੋੜ ਸਕਣ ਦੇ ਸਮਰੱਥ ਹੁੰਦੇ ਹਨ। ਭਾਵ ਪੂਰਨ ਸੰਬੰਧਕ ਉਹ ਸੰਬੰਧਕ ਹੁੰਦੇ ਹਨ ਜਿਹੜੇ ਇਕੱਲੇ ਹੀ ਵਾਕ ਦੇ ਵਿੱਚ ਆਪਣਾ ਸੰਬੰਧ ਜੋੜ ਸਕਣ ਦੇ ਸਮਰੱਥ ਹੁੰਦੇ ਹਨ। ਇਹਨਾਂ ਨਾਲ ਕਿਸੇ ਹੋਰ ਸੰਬੰਧਕ ਦੀ ਵਰਤੋਂ ਨਹੀਂ ਹੁੰਦੀ। ਜਿਵੇਂ ਵਾਕ ਹੈ, ਅਧਿਆਪਕ ਨੇ ਭਾਸ਼ਣ ਦਿੱਤਾ। ਇਸ ਵਾਕ ਵਿੱਚ ਨੇ ਸ਼ਬਦ ਪੂਰਨ ਸੰਬੰਧਕ ਹੈ। ਦੂਸਰਾ ਵਾਕ ਹੈ, ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਵਾਕ ਵਿੱਚ ਦਾ ਸ਼ਬਦ ਪੂਰਨ ਸੰਬੰਧਕ ਹੈ। ਦੂਸਰਾ ਹੈ ਅਪੂਰਨ ਸੰਬੰਧਕ। ਅਪੂਰਨ ਸੰਬੰਧਕ ਕਿਹੜੇ ਹਨ? ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਣ ਅਤੇ ਉਹਨਾਂ ਸ਼ਬਦਾਂ ਨੂੰ ਵਾਕ ਦੇ ਭਾਵ ਪ੍ਰਗਟ ਕਰਨ ਲਈ ਹੋਰ ਸੰਬੰਧਕਾਂ ਦੀ ਲੋੜ ਪਵੇ, ਉਸ ਨੂੰ ਅਪੂਰਨ ਸੰਬੰਧਕ ਕਹਿੰਦੇ ਹਨ। ਇਹ ਵੀ ਕਹਿ ਸਕਦੇ ਹਾਂ ਕਿ ਜਿਸ ਵਾਕ ਵਿੱਚ ਇੱਕ ਤੋਂ ਵੱਧ ਸੰਬੰਧਕਾਂ ਦੀ ਵਰਤੋਂ ਹੋਵੇ, ਉਸ ਵਾਕ ਨੂੰ ਅਪੂਰਨ ਸੰਬੰਧਕ ਵਾਕ ਕਹਿੰਦੇ ਹਨ। ਜਿਵੇਂ ਵਾਕ ਹੈ, ਸਾਡਾ ਪਿੰਡ ਨਹਿਰ ਦੇ ਕੋਲ ਹੈ। ਇਸ ਵਾਕ ਵਿੱਚ ਦੋ ਸੰਬੰਧਕ ਸ਼ਬਦ ਵਰਤੇ ਗਏ ਹਨ, ਦੇ ਅਤੇ ਕੋਲ। ਦੇ ਸ਼ਬਦ ਅਤੇ ਕੋਲ ਸ਼ਬਦ ਅਪੂਰਨ ਸੰਬੰਧਕ ਹਨ। ਇੱਕ ਹੋਰ ਵਾਕ ਹੈ, ਅਧਿਆਪਕ ਦੇ ਸਾਹਮਣੇ ਬੱਚਾ ਘਬਰਾ ਗਿਆ। ਇਸ ਵਾਕ ਵਿੱਚ ਦੋ ਸੰਬੰਧਕ ਸ਼ਬਦ ਵਰਤੇ ਗਏ ਹਨ, ਦੇ ਅਤੇ ਸਾਹਮਣੇ। ਦੇ ਸ਼ਬਦ ਅਤੇ ਸਾਹਮਣੇ ਸ਼ਬਦ ਅਪੂਰਨ ਸੰਬੰਧਕ ਹਨ। ਸੰਬੰਧਕ ਦੀ ਤੀਸਰੀ ਕਿਸਮ ਹੈ ਦੁਭਾਜਰੇ ਜਾਂ ਮਿਸ਼ਰਿਤ ਸੰਬੰਧਕ। ਜਿਹੜੇ ਸੰਬੰਧਕ ਕਦੇ ਪੂਰਨ ਹੋਣ ਅਤੇ ਕਦੇ ਅਪੂਰਨ ਹੋਣ, ਉਹਨਾਂ ਨੂੰ ਦੁਭਾਜਰੇ ਜਾਂ ਮਿਸ਼ਰਿਤ ਸੰਬੰਧਕ ਕਹਿੰਦੇ ਹਨ। ਜਿਵੇਂ ਵਾਕ ਹੈ, ਬੱਚਾ ਚਮਚ ਨਾਲ ਖਾਂਦਾ ਹੈ। ਇਸ ਵਾਕ ਵਿੱਚ ਨਾਲ ਸ਼ਬਦ ਪੂਰਨ ਸੰਬੰਧਕ ਹੈ, ਪਰ ਇਸ ਵਾਕ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ, ਬੱਚਾ ਚਮਚ ਦੇ ਨਾਲ ਖਾਂਦਾ ਹੈ। ਇਸ ਵਾਕ ਵਿੱਚ ਦੋ ਸੰਬੰਧਕ ਹਨ, ਦੇ ਅਤੇ ਨਾਲ। ਦੇ ਅਤੇ ਨਾਲ ਅਪੂਰਨ ਸੰਬੰਧਕ ਹਨ। ਇਹ ਦੋਵੇਂ ਵਾਕ ਵਿਆਕਰਨਿਕ ਪੱਖੋਂ ਸਹੀ ਹਨ। ਇੱਕ ਹੋਰ ਵਾਕ ਹੈ, ਮੇਰੀ ਭੈਣ ਕੋਲ ਸੋਹਣਾ ਘਰ ਹੈ। ਇਸ ਵਾਕ ਵਿੱਚ ਕੋਲ ਸ਼ਬਦ ਪੂਰਨ ਸੰਬੰਧਕ ਹੈ, ਪਰ ਇਸ ਵਾਕ ਨੂੰ ਇਸ ਤਰ੍ਹਾਂ ਵੀ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ ਕਿ ਮੇਰੀ ਭੈਣ ਦੇ ਕੋਲ ਸੋਹਣਾ ਘਰ ਹੈ। ਇਸ ਵਾਕ ਵਿੱਚ ਦੋ ਸੰਬੰਧਕ ਹਨ, ਦੇ ਅਤੇ ਕੋਲ। ਦੇ ਅਤੇ ਕੋਲ ਅਪੂਰਨ ਸੰਬੰਧਕ ਹਨ। ਇਸ ਤਰ੍ਹਾਂ ਦੁਭਾਜਰੇ ਸੰਬੰਧਕ ਪੂਰਨ ਅਤੇ ਅਪੂਰਨ ਸੰਬੰਧਕ ਦਾ ਮਿਸ਼ਰਣ ਹੁੰਦੇ ਹਨ। ਰੂਪ ਦੇ ਪੱਖ ਤੋਂ ਪੰਜਾਬੀ ਸੰਬੰਧਕਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹੈ ਵਿਕਾਰੀ ਸੰਬੰਧਕ ਅਤੇ ਦੂਸਰਾ ਹੈ ਅਵਿਕਾਰੀ ਸੰਬੰਧਕ। ਵਿਕਾਰੀ ਸੰਬੰਧਕ ਕੀ ਹੁੰਦੇ ਹਨ? ਉਹ ਸੰਬੰਧਕ ਜਿਨ੍ਹਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ, ਪਰਿਵਰਤਨ ਹੋ ਜਾਂਦਾ ਹੈ, ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ, ਉਸ ਨੂੰ ਵਿਕਾਰੀ ਸੰਬੰਧਕ ਕਹਿੰਦੇ ਹਨ। ਜਾਂ ਇੰਜ ਕਹਿ ਸਕਦੇ ਹਾਂ ਕਿ ਜਿਹੜੇ ਸੰਬੰਧਕ ਸ਼ਬਦ, ਲਿੰਗ, ਵਚਨ ਅਤੇ ਕਾਰਕ ਦੇ ਆਧਾਰ 'ਤੇ ਆਪਣਾ ਰੂਪ ਬਦਲ ਲੈਂਦੇ ਹਨ, ਉਸ ਨੂੰ ਵਿਕਾਰੀ ਸੰਬੰਧਕ ਕਹਿੰਦੇ ਹਨ। ਜਿਵੇਂ ਦਾ, ਦੇ, ਦੀ, ਦੀਆਂ, ਕੋਲ, ਨਾਲ, ਵਿੱਚ, ਪਾਸ, ਨੇੜੇ, ਸਾਹਮਣੇ ਆਦਿ ਸ਼ਬਦ ਵਿਕਾਰੀ ਸੰਬੰਧਕ ਹਨ। ਜਿਵੇਂ ਉਦਾਹਰਨ ਹੈ, ਉਸ ਦਾ ਮੁੰਡਾ, ਉਸ ਦੇ ਮੁੰਡੇ। ਦਾ ਤੋਂ ਦੇ ਵਚਨ ਦੇ ਆਧਾਰ 'ਤੇ ਪਰਿਵਰਤਨ ਹੈ। ਉਸ ਦਾ ਮੁੰਡਾ ਇੱਕ ਵਚਨ ਹੈ ਅਤੇ ਇਸ ਦਾ ਬਹੁਵਚਨ ਬਣ ਗਿਆ ਉਸ ਦੇ ਮੁੰਡੇ। ਦੂਸਰਾ ਹੈ ਉਸ ਦੀ ਕੁੜੀ, ਉਸ ਦੀਆਂ ਕੁੜੀਆਂ। ਦੀ ਤੋਂ ਬਣ ਗਿਆ ਦੀਆਂ। ਵਚਨ ਦੇ ਆਧਾਰ 'ਤੇ ਪਰਿਵਰਤਨ।
ਉਸ ਦੀ ਕੁੜੀ ਇੱਕ ਵਚਨ ਹੈ ਅਤੇ ਇਸ ਦਾ ਬਹੁਵਚਨ ਬਣ ਗਿਆ ਉਸ ਦੀਆਂ ਕੁੜੀਆਂ। ਅੱਗੇ ਹੈ ਵੀਰਾਂ ਦੀਆਂ ਭੈਣਾਂ, ਇਹ ਤੋਂ ਬਣ ਗਿਆ ਭੈਣਾਂ ਦਿਆਂ ਵੀਰਾਂ। ਦੀਆਂ ਤੋਂ ਦਿਆਂ, ਇਹ ਲਿੰਗ ਦੇ ਆਧਾਰ 'ਤੇ ਪਰਿਵਰਤਨ ਹੈ। ਇਸ ਤਰ੍ਹਾਂ ਇਹ ਵਿਕਾਰੀ ਸੰਬੰਧਕ ਹਨ ਜੋ ਆਪਣਾ ਰੂਪ ਬਦਲ ਲੈਂਦੇ ਹਨ। ਰੂਪ ਦੇ ਆਧਾਰ 'ਤੇ ਸੰਬੰਧਕ ਦੀ ਦੂਸਰੀ ਕਿਸਮ ਹੈ ਅਵਿਕਾਰੀ ਸੰਬੰਧਕ। ਅਵਿਕਾਰੀ ਸੰਬੰਧਕ ਉਹ ਸੰਬੰਧਕ ਹੁੰਦੇ ਹਨ ਜਿਨ੍ਹਾਂ ਸੰਬੰਧਕਾਂ ਦੇ ਰੂਪ ਸਥਿਰ ਰਹਿੰਦੇ ਹਨ, ਬਦਲਦੇ ਨਹੀਂ ਹਨ। ਜਿਨ੍ਹਾਂ ਦੇ ਰੂਪ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਉਹਨਾਂ ਨੂੰ ਅਵਿਕਾਰੀ ਸੰਬੰਧਕ ਕਹਿੰਦੇ ਹਨ। ਜਿਵੇਂ ਨੇ, ਨੂੰ, ਤੋਂ, ਰਾਹੀਂ, ਲਈ, ਦੁਆਰਾ, ਵਾਸਤੇ ਆਦਿ ਸ਼ਬਦ ਅਵਿਕਾਰੀ ਸੰਬੰਧਕ ਹਨ। ਜਿਵੇਂ ਵਾਕ ਹੈ ਰਾਜੇ ਨੇ ਦਾਨ ਦਿੱਤਾ। ਇਸ ਵਾਕ ਵਿੱਚ ਰਾਜਾ ਸ਼ਬਦ ਪੁਲਿੰਗ ਹੈ। ਦੂਸਰਾ ਵਾਕ ਹੈ ਰਾਣੀ ਨੇ ਦਾਨ ਦਿੱਤਾ। ਇਸ ਵਾਕ ਵਿੱਚ ਰਾਣੀ ਸ਼ਬਦ ਇਸਤਰੀ ਲਿੰਗ ਹੈ। ਪਰ ਦੋਹਾਂ ਵਾਕਾਂ ਵਿੱਚ ਲਿੰਗ ਸ਼ਬਦ ਤੋਂ ਬਾਅਦ ਨੇ ਸੰਬੰਧਕ ਦੀ ਵਰਤੋਂ ਹੋਈ ਹੈ। ਨੇ ਸੰਬੰਧਕ ਅਵਿਕਾਰੀ ਸੰਬੰਧਕ ਹੈ ਕਿਉਂਕਿ ਇਸ ਨੇ ਲਿੰਗ ਦੇ ਅਨੁਸਾਰ ਆਪਣਾ ਰੂਪ ਨਹੀਂ ਬਦਲਿਆ। ਇੱਕ ਹੋਰ ਉਦਾਹਰਨ ਹੈ, ਵਾਕ ਹੈ ਕੁੜੀ ਨੇ ਸਵਾਲ ਹੱਲ ਕੀਤਾ। ਇਸ ਵਾਕ ਵਿੱਚ ਇਸਤਰੀ ਲਿੰਗ ਸ਼ਬਦ ਕੁੜੀ ਹੈ ਜੋ ਕਿ ਇੱਕ ਵਚਨ ਹੈ। ਦੂਸਰਾ ਵਾਕ ਹੈ ਕੁੜੀਆਂ ਨੇ ਸਵਾਲ ਹੱਲ ਕੀਤੇ। ਇਸ ਵਾਕ ਵਿੱਚ ਇਸਤਰੀ ਲਿੰਗ ਸ਼ਬਦ ਕੁੜੀਆਂ ਹੈ ਜੋ ਕਿ ਬਹੁਵਚਨ ਹੈ। ਪਰ ਦੋਹਾਂ ਵਾਕਾਂ ਵਿੱਚ ਇੱਕ ਵਚਨ ਅਤੇ ਬਹੁਵਚਨ ਸ਼ਬਦ ਤੋਂ ਬਾਅਦ ਨੇ ਸੰਬੰਧਕ ਦੀ ਵਰਤੋਂ ਹੋਈ ਹੈ। ਸੰਬੰਧਕ ਨੇ ਅਵਿਕਾਰੀ ਸੰਬੰਧਕ ਹੈ। ਕਿਉਂ? ਕਿਉਂਕਿ ਇਸ ਨੇ ਵਚਨ ਦੇ ਆਧਾਰ 'ਤੇ ਆਪਣਾ ਰੂਪ ਨਹੀਂ ਬਦਲਿਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 6ਵੇਂ ਸ਼ਬਦ ਭੇਦ ਸੰਬੰਧਕ ਦੇ ਬਾਰੇ ਗੱਲਬਾਤ ਕੀਤੀ ਹੈ। ਸ਼ਬਦ ਭੇਦ ਦਾ ਅਗਲਾ ਰੂਪ ਹੈ ਯੋਜਕ। ਯੋਜਕ ਬਾਰੇ ਨਵੀਂ ਵੀਡੀਓ ਲੈ ਕੇ ਜਲਦੀ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ।